ਹੈਲੋ ਸਟੂਡੈਂਟਸ, ਮੈਂ ਜਗਦੇਵ ਐਜੂਕੇਸ਼ਨ ਹੱਬ ਤੋਂ ਤੁਹਾਡੇ ਸਭ ਦਾ ਸਵਾਗਤ ਕਰਦੀ ਹਾਂ। ਅੱਜ ਆਪਾਂ ਸਾਇੰਸ ਦਾ ਬੇਸਿਕਲੀ ਇੱਕ ਟੌਪਿਕ ਕਰਾਂਗੇ ਜੋ ਕਿ ਸਾਇੰਸ ਦਾ ਇੱਕ ਬੇਸਿਕ ਟੌਪਿਕ ਮੰਨਿਆ ਜਾਂਦਾ ਹੈ। ਆਪਾਂ ਨੂੰ ਪਤਾ ਹੀ ਹੈ ਕਿ ਸਾਇੰਸ ਵਿੱਚ ਫਿਜ਼ਿਕਸ, ਕੈਮਿਸਟਰੀ ਤੇ ਬਾਇਓਲੋਜੀ ਹੁੰਦੀ ਹੈ। ਉਸ ਵਿੱਚੋਂ ਆਪਾਂ ਅੱਜ ਕੈਮਿਸਟਰੀ ਦਾ ਮੋਸਟ ਇੰਪੋਰਟੈਂਟ ਟੌਪਿਕ ਜੋ ਕਿ ਹੈ ਐਟਮ। ਕੈਮਿਸਟਰੀ ਦਾ ਟੌਪਿਕ ਹੈ ਐਟਮ। ਇਹਦੇ ਬਾਰੇ ਸਟੱਡੀ ਕਰਾਂਗੇ। ਇਹ ਈਟੀਟੀ ਅਤੇ ਟੈਟ ਦੋਨਾਂ ਸਟੂਡੈਂਟਸ ਲਈ ਬੈਨੀਫੀਸ਼ੀਅਲ ਹੋਊਗਾ। ਤਾਂ ਆਪਾਂ ਅੱਜ ਬੇਸਿਕ ਇੰਟਰੋਡਕਸ਼ਨ ਐਟਮ ਦੀ ਤੇ ਉਹਦੇ ਕੀ ਕੁਐਸਚਨਸ ਫਰੇਮ ਹੁੰਦੇ ਨੇ ਉਹ ਸਾਰਾ ਮੈਂ ਤੁਹਾਨੂੰ ਡਿਟੇਲ 'ਚ ਦੱਸੂਗੀ। ਉਹ ਆਪਾਂ ਅੱਜ ਪੜ੍ਹਦੇ ਹਾਂ। ਦੇਖੋ ਸਭ ਤੋਂ ਪਹਿਲਾਂ ਜਿਹੜਾ ਐਟਮ ਹੈ, ਐਟਮ ਬਾਰੇ ਸਾਨੂੰ ਕੀ ਪਤਾ ਹੈ? ਤਾਂ ਤੁਸੀਂ ਧਿਆਨ ਰੱਖਣਾ ਹੈ ਕਿ ਬੇਸਿਕਲੀ ਤੁਸੀਂ ਦੇਖਦੇ ਹੋ ਸਾਡੇ ਆਲੇ ਦੁਆਲੇ ਦੋ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ। ਇੱਕ ਹੁੰਦੀਆਂ ਨੇ ਲਿਵਿੰਗ, ਇੱਕ ਹੁੰਦੀਆਂ ਨੇ ਨਾਨ ਲਿਵਿੰਗ। ਤਾਂ ਜੋ ਐਟਮ ਹੈ ਉਹ ਕੀ ਹੈ? ਨਾਨ ਲਿਵਿੰਗ ਦੀ ਸਭ ਤੋਂ ਛੋਟੀ ਇਕਾਈ ਹੈ। ਤੁਸੀਂ ਕੀ ਕਹਿ ਸਕਦੇ ਹੋ ਕਿ ਐਟਮ ਕੀ ਹੈ? ਕੋਈ ਵੀ ਚੀਜ਼ ਅਗਰ ਤੁਹਾਡੇ ਆਲੇ ਦੁਆਲੇ ਨਾਨ ਲਿਵਿੰਗ ਹੈ ਤਾਂ ਇਹਦਾ ਮਤਲਬ ਉਹ ਕੀ ਹੈ? ਐਟਮ ਤੋਂ ਬਣੀ ਹੋਈ ਹੈ। ਇਸ ਕਰਕੇ ਐਟਮ ਜਿਹੜਾ ਹੈ ਉਹ ਆਪਾਂ ਸਟੱਡੀ ਕਰਨਾ ਜ਼ਰੂਰੀ ਹੋ ਜਾਂਦਾ ਹੈ। ਇਸ ਤੋਂ ਇਲਾਵਾ ਜਿਹੜਾ ਐਟਮ ਹੈ ਇਹਦਾ ਕੁਐਸਚਨ ਕੀ ਆਉਂਦਾ ਹੈ ਕਿ ਐਟਮ ਕਿੰਨਾ ਪਾਰਟੀਕਲਸ ਤੋਂ ਮਿਲ ਕੇ ਬਣਦਾ ਹੈ। ਤਾਂ ਤੁਹਾਨੂੰ ਧਿਆਨ ਹੋਣਾ ਚਾਹੀਦਾ ਹੈ ਕਿ ਜਿਹੜਾ ਐਟਮ ਹੈ ਬੇਸਿਕਲੀ ਜੇ ਆਪਾਂ ਐਟਮ ਦੀ ਗੱਲ ਕਰੀਏ ਤਾਂ ਐਟਮ ਦੇ ਸੈਂਟਰ ਵਿੱਚ ਹੁੰਦਾ ਹੈ ਨਿਊਕਲੀਅਸ। ਐਟਮ ਦੇ ਸੈਂਟਰ ਵਿੱਚ ਕੀ ਹੁੰਦਾ ਹੈ? ਨਿਊਕਲੀਅਸ। ਤੇ ਉਸਦੇ ਅਰਾਊਂਡ ਕੀ ਹੁੰਦੇ ਨੇ? ਆਰਬਿਟਲਸ। ਕੀ ਹੁੰਦੇ ਨੇ ਉਸਦੇ ਅਰਾਊਂਡ? ਆਰਬਿਟਲ ਜਾਂ ਸ਼ੈਲਸ। ਚਲੋ ਇਹ ਸਾਇੰਸ ਦੀ ਲੈਂਗੁਏਜ ਦੇ ਵਿੱਚ ਤੁਹਾਨੂੰ ਡਿਫਿਕਲਟ ਲੱਗ ਰਿਹਾ ਹੋਊਗਾ। ਇਹਨੂੰ ਤੁਸੀਂ ਕੰਪੇਅਰ ਕਰੋ। ਜਦੋਂ ਐਟਮ ਬਾਰੇ ਡਿਸਕਵਰੀ ਕੀਤੀ ਗਈ ਸੀ ਤਾਂ ਕਿਹਾ ਗਿਆ ਸੀ ਕਿ ਐਟਮ ਹੈ ਨਾ ਜਿਹੜਾ, ਇਟ ਇਜ਼ ਲਾਈਕ ਅ ਸੋਲਰ ਸਿਸਟਮ। ਕਿਸ ਦੀ ਤਰ੍ਹਾਂ ਹੈ? ਸੋਲਰ ਸਿਸਟਮ ਦੀ ਤਰ੍ਹਾਂ ਹੈ। ਜਿਸ ਤਰ੍ਹਾਂ ਸੋਲਰ ਸਿਸਟਮ ਦੇ ਸੈਂਟਰ ਵਿੱਚ ਸਨ ਹੁੰਦਾ, ਠੀਕ ਹੈ, ਤੇ ਉਹਦੇ ਅਰਾਊਂਡ ਐਲਿਪਟੀਕਲ ਆਰਬਿਟਸ ਹੁੰਦੇ ਨੇ ਜਿਨ੍ਹਾਂ ਵਿੱਚ ਪਲੈਨਟਸ ਘੁੰਮ ਰਹੇ ਹੁੰਦੇ ਨੇ। ਆਪਾਂ ਨੂੰ ਪਤਾ ਨਾ ਸੋਲਰ ਸਿਸਟਮ ਦੇ ਸੈਂਟਰ 'ਚ ਸੂਰਜ ਹੁੰਦਾ ਹੈ ਤੇ ਉਹਦੇ ਆਲੇ ਦੁਆਲੇ ਕੌਣ ਘੁੰਮ ਰਹੇ ਹੁੰਦੇ ਨੇ? ਪਲੈਨਟਸ ਘੁੰਮ ਰਹੇ ਹੁੰਦੇ ਨੇ। ਤਾਂ ਐਟਮ ਦਾ ਸਟਰਕਚਰ ਵੀ ਉਸ ਦੀ ਤਰ੍ਹਾਂ ਹੀ ਸਿਮਿਲਰ ਹੈ ਕਿ ਇਸ ਦੇ ਸੈਂਟਰ ਵਿੱਚ ਕੀ ਹੁੰਦਾ ਹੈ? ਤੁਸੀਂ ਇਹ ਯਾਦ ਰੱਖਣਾ ਹੈ ਕਿ ਇਸ ਦੇ ਸੈਂਟਰ ਵਿੱਚ ਹੁੰਦਾ ਹੈ ਨਿਊਕਲੀਅਸ। ਐਟਮ ਦੇ ਸੈਂਟਰ ਵਿੱਚ ਕੀ ਹੁੰਦਾ ਹੈ? ਨਿਊਕਲੀਅਸ, ਠੀਕ ਹੈ। ਤੇ ਉਸ ਦੇ ਅਰਾਊਂਡ ਕੀ ਹੁੰਦੇ ਨੇ? ਆਰਬਿਟਸ। ਜਿਸ ਤਰ੍ਹਾਂ ਅਸੀਂ ਸੋਲਰ ਸਿਸਟਮ 'ਚ ਕਹਿੰਦੇ ਆ ਕਿ ਐਲਿਪਟੀਕਲ ਆਰਬਿਟਸ ਹੁੰਦੇ ਨੇ ਸੂਰਜ ਦੇ ਦੁਆਲੇ, ਉਸੇ ਤਰ੍ਹਾਂ ਐਟਮ ਵਿੱਚ ਵੀ ਕੀ ਹੁੰਦੇ ਨੇ? ਆਰਬਿਟਸ ਹੁੰਦੇ ਨੇ। ਤੇ ਤੁਸੀਂ ਇੱਕ ਗੱਲ ਧਿਆਨ ਰੱਖਣੀ ਹੈ, ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਜਿਹੜੇ ਨਿਊਕਲੀਅਸ ਦੇ ਦੁਆਲੇ ਆਰਬਿਟਸ ਹੁੰਦੇ ਨੇ ਉਹਨਾਂ ਨੂੰ ਅਸੀਂ ਸ਼ੈਲਸ ਵੀ ਕਹਿੰਦੇ ਹਾਂ। ਉਹਨਾਂ ਨੂੰ ਅਸੀਂ ਕੀ ਕਹਿੰਦੇ ਆ? ਸ਼ੈਲਸ ਵੀ ਕਹਿ ਸਕਦੇ ਹਾਂ। ਤਾਂ ਤੁਸੀਂ ਕੀ ਕਹਿ ਸਕਦੇ ਹੋ ਕਿ ਐਟਮ ਹੈ ਜਿਹੜਾ, ਐਟਮ ਕੀ ਹੈ? ਜਿਸ ਦੇ ਸੈਂਟਰ ਵਿੱਚ ਨਿਊਕਲੀਅਸ ਹੈ। ਜਿਸ ਦੇ ਸੈਂਟਰ ਵਿੱਚ ਕੀ ਹੈ? ਨਿਊਕਲੀਅਸ ਹੈ। ਤੇ ਉਹਦੇ ਅਰਾਊਂਡ ਕੀ ਨੇ? ਸ਼ੈਲਸ ਨੇ ਜਿਨ੍ਹਾਂ ਵਿੱਚ ਕੌਣ ਘੁੰਮ ਰਿਹਾ ਹੈ? ਇਲੈਕਟ੍ਰੋਨਸ ਘੁੰਮ ਰਹੇ ਨੇ। ਕੌਣ ਘੁੰਮ ਰਿਹਾ ਹੈ? ਇਲੈਕਟ੍ਰੋਨਸ ਘੁੰਮ ਰਹੇ ਨੇ। ਤਾਂ ਦੇਖੋ ਸਭ ਤੋਂ ਜਿਹੜਾ ਸਿੰਪਲ ਕੁਐਸਚਨ ਹੈ ਉਹ ਕੀ ਆ ਸਕਦਾ ਹੈ? ਐਟਮ ਕਿਹੜੇ ਪਾਰਟੀਕਲਸ ਨੂੰ ਮਿਲ ਕੇ ਬਣਿਆ? ਤਾਂ ਐਟਮ ਤਿੰਨ ਤਰ੍ਹਾਂ ਦੇ ਪਾਰਟੀਕਲਸ ਨੂੰ ਮਿਲ ਕੇ ਬਣਿਆ ਹੋਇਆ ਹੈ। ਉਹ ਤਿੰਨ ਪਾਰਟੀਕਲ ਕਿਹੜੇ ਨੇ? ਇਲੈਕਟ੍ਰੋਨ, ਠੀਕ ਹੈ, ਪ੍ਰੋਟੋਨ, ਠੀਕ ਹੈ, ਤੇ ਤੀਜਾ ਪਾਰਟੀਕਲ ਕਿਹੜਾ ਹੈ? ਨਿਊਟਰੋਨ। ਤਾਂ ਐਟਮ ਬੇਸਿਕਲੀ ਤਿੰਨ ਤਰ੍ਹਾਂ ਦੇ ਪਾਰਟੀਕਲ ਨੂੰ ਮਿਲ ਕੇ ਬਣਿਆ ਹੈ। ਇਲੈਕਟ੍ਰੋਨ, ਪ੍ਰੋਟੋਨ ਤੇ ਨਿਊਟਰੋਨ। ਇਲੈਕਟ੍ਰੋਨ, ਪ੍ਰੋਟੋਨ ਤੇ ਨਿਊਟਰੋਨ। ਬਹੁਤ ਇੰਪੋਰਟੈਂਟ ਕੁਐਸਚਨ ਹੈ ਰਾਜੇ ਇਹ ਕਿ ਐਟਮ ਕਿੰਨੇ ਤਰ੍ਹਾਂ ਦੇ ਪਾਰਟੀਕਲਸ ਨੂੰ ਮਿਲ ਕੇ ਬਣਦਾ। ਤਾਂ ਐਟਮ ਤਿੰਨ ਤਰ੍ਹਾਂ ਦੇ ਪਾਰਟੀਕਲਸ ਨੂੰ ਮਿਲ ਕੇ ਬਣਦਾ ਹੈ, ਇਲੈਕਟ੍ਰੋਨ, ਪ੍ਰੋਟੋਨ ਤੇ ਨਿਊਟਰੋਨ, ਠੀਕ ਹੈ। ਇੱਕ ਕੁਐਸਚਨ ਹੋ ਗਿਆ। ਨੈਕਸਟ ਕੁਐਸਚਨ ਕੀ ਪੁੱਛਿਆ ਜਾ ਸਕਦਾ ਹੈ ਕਿ ਐਟਮ ਹੈ ਨਾ ਜਿਹੜਾ ਉਹ ਬੇਸਿਕਲੀ ਉਹ ਸਟਰਕਚਰ ਕਿੱਦਾਂ ਦਾ? ਤਾਂ ਐਟਮ ਦੇ ਸੈਂਟਰ ਵਿੱਚ ਹੈਗਾ ਨਿਊਕਲੀਅਸ ਤੇ ਉਹਦੇ ਅਰਾਊਂਡ ਹੁੰਦੇ ਨੇ ਆਰਬਿਟ ਜਾਂ ਸ਼ੈਲਸ, ਠੀਕ ਹੈ। ਹੁਣ ਸਾਨੂੰ ਪਤਾ ਹੈ ਕਿ ਐਟਮ 'ਚ ਤਿੰਨ ਪਾਰਟੀਕਲ ਨੇ ਤਾਂ ਇਹਨਾਂ ਦੀ ਲੋਕੇਸ਼ਨ ਪੁੱਛ ਸਕਦੇ ਨੇ। ਦੇਖੋ ਰਾਜੇ ਤੁਹਾਨੂੰ ਪਤਾ ਹੈ ਕਿ ਤੁਹਾਨੂੰ MCQs ਆਣੇ ਨੇ ਪੇਪਰ ਦੇ ਵਿੱਚ। ਤਾਂ ਤੁਸੀਂ ਜੋ ਪੜ੍ਹਨਾ ਹੈ ਉਹ ਤੁਹਾਨੂੰ ਡਿਸਕ੍ਰਿਪਟਿਵ ਪੇਪਰ ਤਾਂ ਦੇਣਾ ਨਹੀਂ, ਰਿਟਨ ਪੇਪਰ ਤਾਂ ਦੇਣਾ ਨਹੀਂ। ਤਾਂ ਉਸ ਅਕੋਰਡਿੰਗ ਨਹੀਂ ਪੜ੍ਹਨਾ। ਤੁਸੀਂ ਜੋ ਵੀ ਚੀਜ਼ ਪੜ੍ਹਨੀ ਹੈ ਉਸ ਦੇ ਅਕੋਰਡਿੰਗ ਦਿਮਾਗ 'ਚ ਕੁਐਸਚਨ ਫਰੇਮ ਕਰਨਾ ਹੈ ਕਿ ਇਹ 'ਚੋਂ ਕੁਐਸਚਨ ਕੀ ਆ ਸਕਦਾ ਹੈ। ਤੇ ਮੈਂ ਤੁਹਾਨੂੰ ਪੜ੍ਹਾਉਂਗੀ ਵੀ ਇਸ ਤਰ੍ਹਾਂ ਹੀ ਕਿ ਤੁਹਾਨੂੰ ਇਹ ਪਤਾ ਚੱਲਦਾ ਰਹੇ ਕਿ ਇਸ 'ਚੋਂ ਕੁਐਸਚਨ ਕੀ ਆਣਾ ਹੈ। ਨਹੀਂ ਪੜ੍ਹਨ ਦਾ ਕੋਈ ਫਾਇਦਾ ਨਹੀਂ, ਉਹ ਤੁਸੀਂ ਪੜ੍ਹੇ ਜਾਓਗੇ ਤੁਹਾਨੂੰ ਕੁਐਸਚਨ ਪਤਾ ਨਹੀਂ ਹੋਊਗਾ, ਠੀਕ ਹੈ। ਤਾਂ ਨੈਕਸਟ ਕੁਐਸਚਨ ਕੀ ਬਣ ਸਕਦਾ ਹੈ ਕਿ ਠੀਕ ਹੈ ਐਟਮ ਵਿੱਚ ਇਲੈਕਟ੍ਰੋਨ, ਪ੍ਰੋਟੋਨ, ਨਿਊਟਰੋਨ ਨੇ, ਇਹਨਾਂ ਦੀ ਲੋਕੇਸ਼ਨ ਕੀ ਹੈ? ਤਾਂ ਉਹਦੇ ਲਈ ਆਪਾਂ ਨੂੰ ਐਟਮ ਦਾ ਸਟਰਕਚਰ ਪਤਾ ਹੋਣਾ ਚਾਹੀਦਾ ਸੀ ਜੋ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਕਿ ਸੈਂਟਰ ਵਿੱਚ ਕੀ ਹੁੰਦਾ ਹੈ? ਨਿਊਕਲੀਅਸ ਹੁੰਦਾ ਹੈ।
ਤੇ ਨਿਊਕਲੀਅਸ ਦੇ ਦੁਆਲੇ ਕੀ ਹੁੰਦੇ ਨੇ ਸ਼ੈਲ ਜਾਂ ਆਰਬਿਟ ਹੁੰਦੇ ਨੇ ਕੀ ਹੁੰਦੇ ਨੇ ਸ਼ੈਲ ਜਾਂ ਆਰਬਿਟਸ ਹੁੰਦੇ ਨੇ ਠੀਕ ਹੈ ਜਿਨ੍ਹਾਂ ਵਿੱਚ ਕੌਣ ਘੁੰਮ ਰਹੇ ਹੁੰਦੇ ਨੇ ਇਲੈਕਟ੍ਰੋਨ ਹੁਣ ਦੇਖੋ ਸੈਂਟਰ ਵਿੱਚ ਨਿਊਕਲੀਅਸ ਹੁੰਦੇ ਨੇ ਪ੍ਰੋਟੋਨ ਤੇ ਨਿਊਟਰੋਨ ਵੈਰੀ ਇੰਪੋਰਟੈਂਟ ਨਿਊਕਲੀਅਸ ਵਿੱਚ ਕੀ ਹੁੰਦਾ ਹੈ ਪ੍ਰੋਟੋਨ ਪਲੱਸ ਨਿਊਟਰੋਨ ਨਿਊਕਲੀਅਸ ਵਿੱਚ ਦੋ ਚੀਜ਼ਾਂ ਪ੍ਰੈਜ਼ੈਂਟ ਹੁੰਦੀਆਂ ਨੇ ਕਿਹੜੀਆਂ ਦੋ ਚੀਜ਼ਾਂ ਪ੍ਰੈਜ਼ੈਂਟ ਹੁੰਦੀਆਂ ਨੇ ਪ੍ਰੋਟੋਨ ਤੇ ਨਿਊਟਰੋਨ ठीक है न्यूक्लियस च प्रोटॉन ते न्यूट्रॉन प्रेजेंट होंदे ने ठीक है देखो राजे हुणे प्रोटॉन ते न्यूट्रॉन नू इकट्ठियां नू न्यूक्लियॉन्स कहा जांदा की कहा जांदा है न्यूक्लियॉन दा दो क्वेश्चन बनदे ने की क्वेश्चन बनदा देखो तुहानू कह देना कि इन्हां विचों किहड़े पार्टिकल्स प्रेजेंट ने न्यूक्लियस दे विच तां तुसीं टिक की लाना है प्रोटॉन प्लस न्यूट्रॉन की टिक लाना है प्रोटॉन प्लस न्यूट्रॉन्स पर कई बार ये ऑप्शन नहीं दिता हुंदा तां किहड़ा ऑप्शन दिता हुंदा न्यूक्लियॉन्स न्यूक्लियॉन का मतलब ही की है प्रोटॉन प्लस न्यूट्रॉन ठीक है नैक्सट चीज मैं की दस रही सी कि ठीक है जिवें सोलर सिस्टम में दस्सिया सी कि सेंटर च सन हुंदा है उहदे अराउंड ऑर्बिट्स हुंदे ने जिन्हां च कौन घूम रहा हुंदा है प्लैनेट्स घूम रहे हुंदे ने इसे तरह उहदे सेंटर विच न्यूक्लियस है ते उहदे अराउंड की है ऑर्बिट्स हैं जिन्हां च कौन घूम रहे होंगे इलैक्ट्रॉन घूम रहे होंगे जिन्हां च कौन घूम रहे होंगे इलैक्ट्रॉन घूम रहे होंगे तो सानू इन्हां तीनां दी लोकेशन पता चल गई कि ये दोनों न्यूक्लियस होंगे ने ते ये वाला जिहड़ा इलैक्ट्रॉन्स ने कित्थे घूम रहे होंगे ने न्यूक्लियस के दुआले जिहड़े ऑर्बिट्स या शैल्स कह लो तुसीं उन्हां विच घूम रहे होंगे ने इन्नी गल क्लीयर है हुण जिहड़ा सोलर सिस्टम सीगा उस विच तां सानूं पता सीगा कि सेंटर च न्यूक्लियस है हर एक इलिप्टिकल ऑर्बिट दे विच एक प्लैनेट घूमूगा ठीक है लेकिन उरे ये चीज़ नहीं हुंदी एटम विच ये चीज़ नहीं हुंदी इहदे विच अलग-अलग ऑर्बिट्स विच अलग-अलग इलैक्ट्रॉन्स घूमदे ने तां बड़ा फेमस क्वेश्चन है टेट दा भी ईटीटी दा भी कि दसो तुहानूं ऑर्बिट दस देंगे कि दूजा ऑर्बिट है चौथा ऑर्बिट है पंजवां ऑर्बिट है फिर तुहानूं पुछ लणगे कि दसो इहदे च किन्ने इलैक्ट्रॉन होणगे सही गल है ना अगर तो आप सोलर सिस्टम की गल कर रहे हैं उस फिक्स है कि हर एक ऑर्बिट के एक प्लैनेट घूमता है लेकिन एटम के केस के ये चीज़ फिक्स नहीं हैगी तो वो चीज़ आपको पता होनी चाहिए है वो मैं तुहानूं नैक्सट दस दूँ देखो आप की कर रहे हैं सेंटर च न्यूक्लियस है उस अराउंड की ने ऑर्बिट या शैल्स ने ठीक है किन्ने भी ऑर्बिट्स हो सकते हैं ठीक है तो जो आप गल करिए इनू आप की बोलांगे फर्स्ट ऑर्बिट इनू बोलांगे सैकेंड ऑर्बिट इनू की बोलांगे थर्ड ऑर्बिट तो तुहानूं एक होर चीज़ क्लीयर होगी कि जिहड़े ऑर्बिट्स ने दीज आर नंबर्स की ने ये नंबर जिवें 1 2 3 4 5 अप टू सो ठीक है लेकिन क्वेश्चन जिहड़ा है ना इन्ना सिंपल नहीं पूछते ऑर्बिट्स भी पूछ लेंदे ने पर जे तुहानूं थोड़ा टफ पेपर बनाना होवे तो ऑर्बिट नहीं कहंदे वो कहंदे ने शैल की कहंदे ने शैल ते जिहड़े शैल्स ने ऑर्बिट्स दा ही दूजा नाम की है शैल्स लेकिन शैल्स नूं इंग्लिश अल्फाबैट्स नाल रिप्रेजेंट किया जाता है शैल्स नूं किहनां रिप्रेजेंट किया जाता है इंग्लिश अल्फाबैट नाल ते की तो स्टार्ट करना सी के एल एम एन ओ एंड सो ऑन मतलब जिहड़ा फर्स्ट ऑर्बिट है उसनूं असी बोलांगे के शैल जिहड़ा फर्स्ट ऑर्बिट है उसनूं असी की बोलांगे के शैल जिहड़ा सैकेंड ऑर्बिट है उसनूं असी बोलांगे एल शैल जिहड़ा थर्ड ऑर्बिट है उसनूं असी बोलांगे एम शैल इसी तरह जिहड़ा फोर्थ होगा जिहड़ा की होगा फोर्थ होगा उसनूं असी की बोलांगे जिहड़ा फोर्थ होगा उसनूं असी की बोलांगे उसनूं असी बोलांगे एन समझ आई मेरी गल अगर तो तुसी ऑर्बिट्स की गल कर रहे हो ऑर्बिट्स नूं असी नंबर्स नाल रिप्रेजेंट कर रहे हैं 1 2 3 4 5 लेकिन अगर असी शैल्स रिप्रेजेंट कर रहे हैं तो उसनूं असी इंग्लिश अल्फाबैट्स नाल रिप्रेजेंट करना है तो इंग्लिश अल्फाबैट के तो शुरू करना है ए तो ना शुरू कर रही ठीक है कदे ABC कर दो कि मैम ने अल्फाबैट्स कहा सी अल्फाबैट के तो शुरू करना है ठीक है चलो इन्नी गल तुहानूं क्लीयर होगी ठीक है कि अगर तुहानूं एन कह देना इहदा मतलब वो पंजवें की गल कर रहे हैं अगर तुहानूं एल कह देना ਇਹਦਾ मतलब वो दूजे की गल कर रहे हैं एन नाल सॉरी तीजा बनूगा ना एन नाल केड़ा बनूगा अगला बनूगा चौथा समझ गए ना तो के एल एम ये तो एवें मिलाना तुसीं जा गुरु कर लो के एल एम एन समझ गए हुण मैं तुहानूं क्वेश्चन भी दसूंगी पहला सानूं इहदे लई एक फार्मूला दिता गया कि अगर असीं ये देखना है कि किहड़े ऑर्बिट च किन्ने इलैक्ट्रॉन्स ने तो उहदा की फार्मूला ठीक है तो उहदे लई फार्मूला है फार्मूला की है फार्मूला है 2n स्केयर अगर असी किसी भी ऑर्बिट विच या शैल विच
ਨੰਬਰ ਆਫ ਇਲੈਕਟ੍ਰੋਨ ਕਿੰਨੇ ਪ੍ਰੈਜ਼ੈਂਟ ਨੇ, ਕੀ ਕੱਢਣਾ ਹੈ, ਨੰਬਰ ਆਫ ਇਲੈਕਟ੍ਰੋਨ ਪ੍ਰੈਜ਼ੈਂਟ ਕੱਢਣੇ ਨੇ, ਤਾਂ ਉਹਦਾ ਫਾਰਮੂਲਾ ਹੁੰਦਾ ਹੈ 2n²। 2n² ਤੋਂ ਅਸੀਂ ਕਿਸੇ ਵੀ ਆਰਬਿਟ ਵਿੱਚ ਜਾਂ ਸ਼ੈਲ ਵਿੱਚ ਇਲੈਕਟ੍ਰੋਨ ਦੱਸ ਸਕਦੇ ਹਾਂ। ਠੀਕ ਹੈ, ਉਰੇ n ਕੀ ਰਿਪਰੈਜ਼ੈਂਟ ਕਰ ਰਿਹਾ ਹੈ, ਆਰਬਿਟ ਜਾਂ ਸ਼ੈਲ ਨੰਬਰ, ਆਰਬਿਟ ਜਾਂ ਸ਼ੈਲ ਨੰਬਰ। ਵੈਰੀ ਵੈਰੀ ਇੰਪॉर्टेंट क्वेश्चन आता है बच्चों। ठीक है, n की रिप्रेजेंट कर रहे हैं ऑर्बिट या शैल नंबर। किस तरह देखो, सपोज तुसी गल कर रहे हो फर्स्ट ऑर्बिट की, तुसी किहदी गल कर रहे हो, फर्स्ट ऑर्बिट की, तो फर्स्ट ऑर्बिट वास्ते तुसी फार्मूला की लाओगे 2 गुना 1 समझ गए, क्योंकि n की है उड़ी, n है ऑर्बिट या शैल नंबर, n है ऑर्बिट या शैल नंबर। अगर तुहानू कहता कि दसो k शैल विच किन्ने इलैक्ट्रॉन ने, मतलब 1 च पूछ रहे हैं, फर्स्ट च पूछ रहे हैं, तो की करोगे, जिहदा भी पूछ रहे हैं उसकी स्केयर कर दोगे, 2 × 1 की स्केयर 2 ना मल्टीप्लाई बाद 2 गुणा 1 2 आ गया। अगर सेकंड की गल कर रहे हैं तो 2 गुणा 2 की स्केयर, 2 दूनी 4, 4 दूनी 8। अगर थर्ड की गल कर रहे हैं तो 2 गुणा 3 की स्केयर, 3 3 दा 9, 9 2 दा 18। अगर फोर्थ की गल कर रहे हैं तो 2 × 4 की स्केयर, 4 16, 16 गुना 32। समझ गए, मतलब पहले ऑर्बिट विच है, याद करके वक्त जो नहीं तो कढ़ना भी ईजी है। पहले ऑर्बिट च 2 इलैक्ट्रॉन आ सकते हैं मैक्सिमम, दूजे ऑर्बिट च मैक्सिमम 8 इलैक्ट्रॉन आ सकते हैं, तीजे ऑर्बिट विच मैक्सिमम 18 इलैक्ट्रॉन आ सकते हैं, तो चौथे ऑर्बिट विच मैक्सिमम किन्ने आ सकते हैं, 32 इलैक्ट्रॉन। इस तरह असी की दस सकते हाँ, किसी भी ऑर्बिट विच नंबर ऑफ इलैक्ट्रॉन प्रेजेंट किन्ने ने यह दस सकते हैं। लैट मी चैक की वीडियो सही चल रही है ना, यस। चलो नैक्सट देखते आपां, इन्ना सानू पता चल गया। ठीक है, इन्ना सानू पता चल गया कि किहड़े ऑर्बिट विच किन्ने इलैक्ट्रॉन है। पहले ऑर्बिट च 2, दूजे च 8, तीजे च 18, चौथे च 32, पंजवें च कड्डोगे 2 गुना 5 की स्केयर, 5 5 25, 25 दूना 50। इस तरह तुसी कढ सकते हो। ठीक है, हुण अगर हम एक क्वेश्चन करिए, क्वेश्चन है लिख लो, नंबर ऑफ इलैक्ट्रॉन इन n शैल। दोनों एक क्वेश्चन आ गया कि n शैल विच दसो किन्ने इलैक्ट्रॉन प्रेजेंट ने। ऑप्शन देते 2 8 32 18। ठीक है, तो तुसी की करोगे, देखो तुसी बस की लिखना है KLMN, यही तरीका दस्या सी, KLMN। ठीक है, K का मतलब की है 1, L का मतलब की है 2, M का मतलब की है 3, N का मतलब की है 4, है ना। तो वो तुहानू पता चल गया 4, तो 2 गुना 4 की स्क्वायर, 4 4 16, 16 गुना 32, आंसर। वेरी इजी। इस तरह क्वेश्चन है जिहड़ा ये इस विचों फ्रेम होंगे। क्लीयर है मेरी गल। तो आपां की कीता है, आपां ये देखिया है कि जिहड़ा एटम है उसके सेंटर विच की हुंदा है, न्यूक्लियस हुंदा है। ठीक है, तो उहदे अराउंड की हुंदे ने, इलैक्ट्रॉन हुंदे ने। ठीक है, हुण एटम का यह स्ट्रक्चर आया किवें, दैट इज नॉट दैट मच इंपॉर्टेंट, बट आपां वो भी करांगे। पहला मैं तुहानूं सारा वो पार्ट दस रही हाँ कि जिहड़ा ज़्यादा इंपॉर्टेंट है, जिहदे चों क्वेश्चन पूछा जाऊगा। ठीक है, दूजी गल सिर्फ मैं तुहानूं वो चीज़ां कराऊंगी जिस चों क्वेश्चन आऊगा, एक्सट्रा कुछ नहीं पढ़ाती। ईटीटी ते टैट दे बिल्कुल उस तरह के क्वेश्चन जिहड़े पेपर च आंदे ने उस तरह का पढ़ाऊंगी मैं तुहानूं, एक्सट्रा आपां कुछ भी नहीं पढ़ांगे। ठीक है, क्योंकि साइंस जे सीखनी है बाद सीखी जाइए, एक बार पेपर क्लीयर कर लो। हुण इन्नी चीज़ तो सानूं पता चल गई। ठीक है, नैक्सट एक सिंपल जो क्वेश्चन पूछते हैं कि जिहड़ा एटम है, जिहड़ा एटम है, ठीक है, उसकी रिप्रजेंटेशन इंग्लिश के किहड़े अल्फाबैट नाल कीती जाती है। ठीक है, तो याद रखना है एटम की रिप्रजेंटेशन इंग्लिश के अल्फाबैट एक्स नाल कीती जाती है। एटम की रिप्रजेंटेशन इंग्लिश के अल्फाबैट एक्स नाल कीती जाती है। उदों मेरे कहने का की मतलब है, देखो तो चलो ज़्यादा तो साइंस नहीं पढ़ी है ना, मैं मान रही हूँ कि तुम 10th तक साइंस पढ़ी है, बट इन्ना सबनों पता होंदा है कि CO2 की होंदी है, कार्बन डाइऑक्साइड होंदी है, O2 ऑक्सीजन होंदी है, इन्ना पता होंदा है। तो आ की है कार्बन है, आ की है ऑक्सीजन है, इन्ना तो पता है ना। तो एटम को रिप्रजेंट की नाल कीता है एक्स नाल, मतलब एक्स की जगह पे अगर तुम C लिख दोगे कार्बन है, O लिख दोगे ऑक्सीजन है, समझ गए ना। तो इस तरह एटम्स जिहड़े वो की कीते गए ने
रिप्रजेंट किए गए हैं अलग अलग अल्फाबैट्स नाल, अलग अलग सिंबल्स नाल, ठीक है। वो ਆਪਾਂ नैक्सट पढ़ांगे। फिलहाल ਸਾਡੇ ਲਈ सिर्फ इंपॉर्टेंट है कि एटम की रिप्रजेंटेशन इंग्लिश के किहड़े अल्फाबैट नाल कीती जांदी है, ठीक है। हुण ਜਿਹੜੇ ਆ एटम ने ना रजे, ਜਿਹੜੇ एटम ने हुण तक 118 एटम डिस्कवर हो चुके हैं। कितने एटम डिस्कवर हो चुके हैं? 118 एटम डिस्कवर हो चुके हैं, ठीक है। ਹੁਣ ਤੁਹਾਨੂੰ ਪਤਾ ਦੇਖੋ ਜਿਵੇਂ ਆਪਾਂ ਜੇ ਗੱਲ ਕਰੀਏ ਤੁਸੀਂ ਜੀਓਗ੍ਰਾਫੀ ਵਗੈਰਾ ਪੜ੍ਹਦੇ ਹੋ ਹਨਾ, ਮੈਪਸ ਪੜ੍ਹਦੇ ਹੋ ਤਾਂ ਆਪਾਂ ਨੂੰ ਪਤਾ ਹੈ ਕਿ ਜਿਵੇਂ ਇੰਡੀਆ ਹੈ ਹਨਾ, ਇੰਡੀਆ 'ਚ ਕਿੰਨੀਆਂ ਸਾਰੀਆਂ ਕੀ ਨੇ ਸਟੇਟਸ ਨੇ, ਠੀਕ ਹੈ। ਤਾਂ ਇਦਾਂ ਦਾ ਆਪਾਂ ਨੂੰ ਪਤਾ ਕਰਨਾ ਔਖਾ ਹੈ ਕਿ ਕਿਹੜੀ ਕਿੱਥੇ ਹੈ ਨਾ, ਤਾਂ ਆਪਾਂ ਇੱਕ ਉਹਨੂੰ ਮੈਪ ਦੀ ਫਾਰਮ ਦੇ ਵਿੱਚ ਲਿਖ ਦਿੰਦੇ ਆ ਕਿ ਹਾਂ ਠੀਕ ਹੈ ਉਰੇ ਦਿੱਲੀ ਹੈ, ਉਰੇ ਪੰਜਾਬ ਹੈ, ਉਰੇ ਹਰਿਆਣਾ ਹੈ, ਠੀਕ ਹੈ, ਉਰੇ ਸਾਊਥ ਦਾ ਏਰੀਆ ਹੈ, ਸਾਊਥ ਦੇ ਅਲੱਗ-ਅਲੱਗ ਕੇਰਲਾ ਹੈਗਾ, ਵਟਐਵਰ ਜੋ ਵੀ ਹੈ ਹਨਾ। ਇਸੇ ਤਰ੍ਹਾਂ ਵੀ ਐਟਮਸ ਨੂੰ ਈਜ਼ੀਲੀ ਸਮਝਣ ਵਾਸਤੇ ਇੱਕ ਟੇਬਲ ਬਣਾਇਆ ਗਿਆ, ठीक है। जिस तरह आप कैलेंडर देखते हैं ना, डेज में याद रख ली कि संडे किस दिन है, मंडे किस दिन है, आप कैलेंडर बना लेना। तो कैलेंडर की तरह ही एक की बनाया गया, टेबल बनाया गया एटम्स नू याद करने लई। वो टेबल नू असीं की कहते हाँ? पीरियोडिक टेबल। की कहते हैं उस टेबल नू? पीरियोडिक टेबल। वो आप अपनी नैक्सट क्लासिस च पढ़ांगे, ठीक है। फिलहाल मैं तुहानूं पीरियोडिक टेबल वर्ड तां समझाया क्योंकि जिहड़े एटम ने ना उन्होंने जोड़ा पीरियोडिक टेबल है वो तक पहुँचने लिए भी बहुत साइंटिस्ट ने काम किया, लेकिन जो अपना हुण वाला पीरियोडिक टेबल है जो असीं पढ़ते हैं उस विच की किया गया एटम्स नूं ना एक नंबर के अकॉर्डिंगली अरेंज किया गया भी पहला एटम उरे रखिया, दूजा उरे रखिया, तीजा चौथा पंजवां छेवां सत्तवां अठवां नौवां दसवां, इस तरह एटम्स ने ना तो उन्होंने एक नंबर के बेसिस पे अरेंज किया गया। तो उस नंबर नूं असीं की बोलते हैं? Z। की बोलते हैं उस नंबर को? असी Z। Z की दसदा है सानू किसी भी एटम का एटॉमिक नंबर दसदा। Z की दसदा है सानू किसी भी एटम का एटॉमिक नंबर दसदा है। एटॉमिक नंबर तो कहने का मतलब ये है कि वह एटम पीरियोडिक टेबल च किन्नवें नंबर पर प्रेजेंट है। जिवें मैं दस दी तुहानूं कार्बन है जिहड़ा उहदा एटॉमिक नंबर 6 हुंदा है। जिवें अज वाली क्लास के लास्ट में तुहानूं एटम्स याद कराऊंगी ताकि वो नैक्सट क्लास तुहानूं याद हो, फिर आप उहदे बारे फर्दर पढ़ांगे, ठीक है। कि एटम का जिहड़ा एटम कार्बन है उहदा एटॉमिक नंबर 6 है, इसदा मतलब यह पीरियोडिक टेबल के 6वें नंबर पर है। पीरियोडिक टेबल कितने नंबर पर है? 6वें नंबर पर। चलो ये तो जनरल इन्फॉर्मेशन है। अगर तुहानूं क्वेश्चन आ जाए कि Z जिहड़ा की रिप्रजेंट करता है या एटॉमिक नंबर किहड़े लैटर नाल रिप्रजेंट किया जाता है, लेकिन यदि साइंस दे विच कैमिस्ट्री दे विच की इंपॉर्टेंस है, ये बहुत बड़ी इंपॉर्टेंस है। जे अगर तुहानूं किसी एटम का एटॉमिक नंबर पता चल गया ना तो तुहानूं ये पता चल जू कि उस एटम च किन्ने इलैक्ट्रॉन ने किन्ने प्रोटॉन ने। किड्डी इंफॉर्मेटिव गल है। आपां कह रहे कि एटम है जिहड़ा वो 3 चीज़ों तो मिलकर बनिया है, इलैक्ट्रॉन, प्रोटॉन ते न्यूट्रॉन। तो साडा मेन मोटिव की है? इन्हां तिन्नां दे नंबर नूं पता करना। क्वेश्चन है जिहड़ा इस अकॉर्डिंगली आंदा है कि तुहानूं इलैक्ट्रॉन पूछ लणगे, प्रोटॉन पूछ लणगे या न्यूट्रॉन पूछ लणगे। तो देखो अगर तुहानूं एटॉमिक नंबर पता चल गया तो इसदा मतलब तुहानूं की पता चल गया? नंबर ऑफ प्रोटॉन्स, नंबर ऑफ की पता चल गए? प्रोटॉन्स पता चल गए, नंबर ऑफ प्रोटॉन्स पता चल गए। तो जे तुहानूं प्रोटॉन पता चल गए तो तुसीं कह सकते हो नंबर ऑफ इलैक्ट्रॉन पता चल गए। क्यों? क्योंकि जिहड़े प्रोटॉन ने वो इलैक्ट्रॉन के इक्वल हुंदे ने। ये आपां नैक्सट गल करांगे, इस स्लाइड तो नैक्सट आपां इहदे बारे गल करांगे। फिलहाल तुसीं याद रखो जिहड़े प्रोटॉन ने इलैक्ट्रॉन के इक्वल हुंदे ने, तो जे तुहानूं प्रोटॉन पता चल गए तो इलैक्ट्रॉन भी पता चल जाए। नैक्सट चीज़ की है अपने कोल ਆਪਾਂ ਇਹ ਦੇਖਿਆ ਸੀ कि एटम है, एटम के सेंटर च न्यूक्लियस है, ਉਹਦੇ अराउंड की ने ऑर्बिट्स ने, ठीक है। तो 118 एटम ने, अलग अलग एटम ने, तो उन्होंने मास भी अलग अलग होगा, उन्होंने मास भी की होगा अलग अलग होगा। हर एक एटम का अपना एक मास होंदा है जिसनों असी की बोलते हाँ उसका एटॉमिक मास। की बोलते हाँ उसका एटॉमिक मास, ते उसनों इंग्लिश अल्फाबैट ए नाल रिप्रेजेंट किया जाता है। जिवें कार्बन है उसका 12 मास होंदा 12 ग्राम, ठीक है। तो ऑक्सीजन का जिहड़ा होंदा 16 होंदा। इस तरह अलग अलग एटम्स ने उन्हां दा अलग अलग की होंदा मास होंदा, ठीक है। हुण जिहड़ा मास होंदा ना रजे, ये मास बेसिकली जिहड़ा एटम होंदा ना आपां ये कह सकते हैं कि जिहड़ा इहदा न्यूक्लियस का मास होंदा, जिहड़ा इहदे न्यूक्लियस का मास होंदा है उसनूं ही असीं एटॉमिक मास मान लैंदे हां। मतलब असीं इलैक्ट्रॉन के मास को इग्नोर करके चलते हैं, समझ गए।
ਅਸੀਂ ਕੀ ਕਰਦੇ ਹਾਂ, ਕਿਸੇ ਵੀ ਐਟਮ ਦਾ ਮਾਸ ਅਸੀਂ ਕਿਹਦੇ ਇਕੁਅਲ ਲੈ ਕੇ ਚੱਲਦੇ ਹਾਂ, ਉਸਦੇ ਨਿਊਕਲੀਅਸ ਦੇ ਮਾਸ ਦੇ ਇਕੁਅਲ ਲੈ ਕੇ ਚੱਲਦੇ ਹਾਂ। ਠੀਕ ਹੈ, ਮਤਲਬ A ਕੀ ਰਿਪਰੈਜ਼ੈਂਟ ਕਰ ਰਿਹਾ ਹੋਵੇ, ਚਲੋ ਇਹ ਚੀਜ਼ ਤਾਂ ਤੁਹਾਨੂੰ ਕਲੀਅਰ ਹੋ ਗਈ ਕਿ A ਰਿਪਰੈਜ਼ੈਂਟ ਕਰ ਰਿਹਾ ਹੈ ਐਟੋਮਿਕ ਮਾਸ ਜਾਂ ਮਾਸ ਨੰਬਰ। ਤੇ ਸਾਨੂੰ ਇਹ ਵੀ ਪਤਾ ਚੱਲ ਗਿਆ ਕਿ ਐਟਮ ਦਾ ਮਾਸ ਬੇਸਿਕਲੀ ਕਿਹਦਾ ਹੈਗਾ, ਨਿਊਕਲੀਅਸ ਦਾ ਮਾਸ ਹੈ। ਤੇ ਨਿਊਕਲੀਅਸ 'ਚ ਕੀ ਹੁੰਦੇ ਨੇ, ਨਿਊਟਰੋਨ ਹੁੰਦੇ ਨੇ ਤੇ ਦੂਜੇ ਕੀ ਹੁੰਦੇ ਨੇ, ਪ੍ਰੋਟੋਨ ਹੁੰਦੇ ਨੇ। ਮਤਲਬ ਤੁਸੀਂ A ਨੂੰ ਕੀ ਕਹਿ ਸਕਦੇ ਹੋ, ਨਿਊਟਰੋਨ ਪਲੱਸ ਪ੍ਰੋਟੋਨ। ਵੈਰੀ ਇੰਪੋਰਟੈਂਟ। ਠੀਕ ਹੈ, A ਤੋਂ ਤੁਸੀਂ ਕੀ ਦੱਸ ਸਕਦੇ ਹੋ, ਨਿਊਟਰੋਨ ਪਲੱਸ ਪ੍ਰੋਟੋਨ। ਤੇ Z ਤੋਂ ਕੀ ਦੱਸ ਸਕਦੇ ਹੋ, ਨੰਬਰ ਆਫ ਪ੍ਰੋਟੋਨ ਜਾਂ ਨੰਬਰ ਆਫ ਇਲੈਕਟ੍ਰੋਨ। ਤਾਂ ਤੁਹਾਨੂੰ ਤਿੰਨ ਚੀਜ਼ਾਂ ਪਤਾ ਚੱਲ ਗਈਆਂ, Z ਪਤਾ ਚੱਲ ਗਿਆ ਤਾਂ ਤੁਹਾਨੂੰ ਇਲੈਕਟ੍ਰੋਨ ਪ੍ਰੋਟੋਨ ਪਤਾ ਚੱਲ ਜਾਣਗੇ, A ਪਤਾ ਚੱਲ ਗਿਆ ਤੁਹਾਨੂੰ ਨਿਊਟਰੋਨ ਪਲੱਸ ਪ੍ਰੋਟੋਨ ਪਤਾ ਚੱਲ ਜਾਣਗੇ। ਠੀਕ ਹੈ, ਜਿਵੇਂ ਤੁਹਾਨੂੰ ਐਗਜ਼ਾਮਪਲ ਦਿੰਦੀ ਹਾਂ ਨਾ, ਕੁਐਸਚਨ ਕਿਸ ਤਰ੍ਹਾਂ ਹੁੰਦਾ। ਸਪੋਜ਼ ਤੁਹਾਨੂੰ ਕੁਐਸਚਨ ਦਿੱਤਾ ਕਿ ਤੁਹਾਡੇ ਕੋਲ ਹੈ ਹਜੇ ਕਲੋਰੀਨ, ਐਵੇਂ ਦਿੱਤਾ ਇਸ ਤਰ੍ਹਾਂ ਕੁਐਸਚਨ ਹੈ, ਤੁਹਾਨੂੰ ਕਿਹਾ ਕਿ ਮੈਂ ਤੁਹਾਨੂੰ ਪਹਿਲਾਂ ਦੱਸਦੀ ਹਾਂ ਜੇ ਪੜਨ ਦਾ ਕੋਈ ਫਾਇਦਾ ਨਹੀਂ ਜਿੰਨਾ ਟਾਈਮ ਤੁਸੀਂ ਕੁਐਸਚਨਸ ਨਹੀਂ ਕਰਦੇ। ਠੀਕ ਹੈ, MCQs ਪ੍ਰੈਕਟਿਸ ਹੋਣੀ ਚਾਹੀਦੀ ਹੈ, ਤੁਹਾਨੂੰ ਹਰ ਇੱਕ ਜੋ ਵੀ ਤੁਸੀਂ ਪੜ ਰਹੇ ਹੋ ਉਹਦਾ ਪਤਾ ਹੋਣਾ ਚਾਹੀਦਾ ਕਿ ਇਸ ਦਾ ਕੁਐਸਚਨ ਕਿਸ ਤਰ੍ਹਾਂ ਫਰੇਮ ਹੋ ਸਕਦਾ। ਤੁਹਾਨੂੰ ਕਹਤਾ ਕੈਲਕੂਲੇਟ ਇਲੈਕਟ੍ਰੋਨ, ਪ੍ਰੋਟੋਨ ਐਂਡ ਨਿਊਟਰੋਨ। ਠੀਕ ਹੈ, ਤਾਂ ਤੁਹਾਨੂੰ ਪਤਾ ਹੈ ਕਿ ਜੋ ਐਟਮ ਦੇ ਪੈਰ ਵਾਲੀ ਵੈਲਿਊ ਹੁੰਦੀ ਹੈ, ਜੋ ਐਟਮ ਦੇ ਪੈਰ ਵਾਲੀ ਵੈਲਿਊ ਹੁੰਦੀ ਹੈ ਉਹ ਸਾਨੂੰ ਕੀ ਦੱਸਦੇ, ਇਲੈਕਟ੍ਰੋਨ ਜਾਂ ਪ੍ਰੋਟੋਨ। ਤਾਂ ਇਹ 'ਚ ਇਲੈਕਟ੍ਰੋਨ ਕਿੰਨੇ ਹੋ ਗਏ, 17, ਪ੍ਰੋਟੋਨ ਵੀ ਕਿੰਨੇ ਹੋ ਗਏ, 17। ਠੀਕ ਹੈ, ਤੇ ਜਿਹੜੀ ਆਹ ਵਾਲੀ ਚੀਜ਼ ਹੁੰਦੀ ਹੈ ਸਾਨੂੰ ਕੀ ਦੱਸਦੀ ਹੈ, ਨਿਊਟਰੋਨ ਪਲੱਸ ਪ੍ਰੋਟੋਨ। ਨਿਊਕਲੀਅਸ ਦਾ ਮਾਸ ਹੁੰਦੀ ਹੈ, ਨਿਊਕਲੀਅਸ 'ਚ ਕੀ ਹੁੰਦਾ, ਨਿਊਟਰੋਨ ਤੇ ਪ੍ਰੋਟੋਨ। ਨਿਊਟਰੋਨ ਪਲੱਸ ਪ੍ਰੋਟੋਨ ਕਿੰਨੇ ਨੇ, 35। ਹੁਣ ਦੇਖੋ ਉਰੇ ਸਾਨੂੰ ਪਤਾ ਹੈ ਕਿ ਪ੍ਰੋਟੋਨ ਕਿੰਨੇ ਨੇ, 17 ਨੇ। ਕੱਢਣਾ ਕੀ ਅਸੀਂ, ਨਿਊਟਰੋਨ। ਨਿਊਟਰੋਨ ਕਿਵੇਂ ਕੱਢਾਂਗੇ ਅਸੀਂ, 35 ਮਾਈਨਸ 17 ਹਨਾ, ਇਹਨੂੰ ਇੱਧਰ ਲੈ ਜਾਵਾਂਗੇ, ਨਿਊਟਰੋਨ ਕਿੰਨੇ ਆਣਗੇ, 18। ਕਲੀਅਰ ਹੈ, 35 ਚੋਂ 17 ਕੇ 18 ਹੀ ਹੁੰਦਾ ਨਾ। ਠੀਕ ਹੈ, ਕਲੀਅਰ ਹੈ। ਹੁਣ ਦੇਖੋ ਮੇਰੀ ਗੱਲ ਸੁਣੋ, ਅਗਰ ਤੁਸੀਂ ਇਹਨੂੰ ਟ੍ਰਿਕ ਦੇਖੋ, ਇਹਦੀ ਕੀ ਦੇਖੋ ਟ੍ਰਿਕ, ਕਿਉਂਕਿ ਇੰਨਾ ਚਲੋ ਟਾਈਮ ਨਹੀਂ ਹੈਗਾ ਜਾਂ ਤੁਸੀਂ ਭੁੱਲ ਗਏ ਤਾਂ ਯਾਦ ਰੱਖਣਾ ਹੈ ਪੈਰ ਵਾਲੀ ਵੈਲਿਊ। ਪੈਰ ਵਾਲੀ ਵੈਲਿਊ ਦੇਖੋ, ਅਗਰ ਤੁਹਾਨੂੰ ਇਲੈਕਟ੍ਰੋਨ ਕੱਢਣੇ ਨੇ ਜਾਂ ਪ੍ਰੋਟੋਨ ਕੱਢਣੇ ਨੇ। ਅਗਰ ਤੁਸੀਂ ਇਲੈਕਟ੍ਰੋਨ ਜਾਂ ਪ੍ਰੋਟੋਨ ਕੱਢਣੇ ਨੇ ਤਾਂ ਐਟਮ ਦੇ ਚਰਨਾਂ 'ਚ ਦੇਖੋ। ਠੀਕ ਹੈ, ਐਟਮ ਕਲੋਰੀਨ ਹੈ, ਕਲੋਰੀਨ ਦੇ ਚਰਨਾਂ 'ਚ 17 ਹੈ, ਮਤਲਬ ਇਹਦੇ ਵਿੱਚ 17 ਇਲੈਕਟ੍ਰੋਨ ਨੇ, 17 ਪ੍ਰੋਟੋਨ ਨੇ। ਲੇਕਿਨ ਅਗਰ ਆਪਾਂ ਕੀ ਕੱਢਣੇ ਨੇ, ਆਪਾਂ ਕੱਢਣੇ ਨੇ ਨਿਊਟਰੋਨ। ਅਗਰ ਅਸੀਂ ਕੱਢਣੇ ਨੇ ਨਿਊਟਰੋਨ ਤਾਂ ਸਿਰ ਮਾਈਨਸ ਪੈਰ, ਫਿਰ ਅਸੀਂ ਕੀ ਕਰਾਂਗੇ, ਸਿਰ ਮਾਈਨਸ ਪੈਰ। ਸਿਰ ਤੇ ਕਿੰਨੀ ਵੈਲਿਊ ਹੈ, 35। ਸਿਰ ਤੇ ਕਿੰਨੀ ਵੈਲਿਊ ਹੈ, 35। ਪੈਰਾਂ 'ਚ ਕਿੰਨੀ ਹੈ, 17। ਬਸ 35 ਮਾਈਨਸ 17 ਕਿੰਨਾ ਆ ਗਿਆ, 18। ਵੈਰੀ ਈਜ਼ੀ। ਮੈਂ ਦੁਬਾਰਾ ਰਿਪੀਟ ਕਰ ਰਹੀ ਹਾਂ, ਕੋਈ ਵੀ ਐਟਮ ਅਗਰ ਉਸਦੇ ਇਲੈਕਟ੍ਰੋਨ ਪ੍ਰੋਟੋਨ ਕੱਢਣੇ ਨੇ ਤਾਂ ਉਹਦੇ ਪੈਰਾਂ 'ਚ ਦੇਖੋ, ਅਗਰ ਨਿਊਟਰੋਨ ਕੱਢਣੇ ਨੇ ਤਾਂ ਸਿਰ ਮਾਈਨਸ ਪੈਰ। ਠੀਕ ਹੈ, ਅਗਰ ਇਲੈਕਟ੍ਰੋਨ ਪ੍ਰੋਟੋਨ ਕੱਢਣੇ ਨੇ ਤਾਂ ਪੈਰ ਵਾਲੀ ਵੈਲਿਊ, ਅਗਰ ਨਿਊਟਰੋਨ ਕੱਢਣੇ ਨੇ ਤਾਂ ਸਿਰ ਮਾਈਨਸ ਪੈਰ। ਇਹ ਤੋਂ ਕੁਐਸਚਨ ਆਉਂਦਾ ਹੈ, ਇੰਪੋਰਟੈਂਟ ਪਾਰਟ ਹੈ ਇਹ। ਠੀਕ ਹੈ, ਨੈਕਸਟ ਇੱਕ ਚੀਜ਼ ਮੈਂ ਤੁਹਾਨੂੰ ਦੱਸ ਰਹੀ ਸੀ, ਦੇਖੋ ਆਪਾਂ ਕਿਹਾ ਸੀ ਨਾ, ਮੈਂ ਤੁਹਾਨੂੰ ਕਿਹਾ ਸੀ ਨੈਕਸਟ ਦੱਸ ਦਿਆਂ ਮੈਂ ਤੁਹਾਨੂੰ ਕਿ ਇਲੈਕਟ੍ਰੋਨ ਪ੍ਰੋਟੋਨ ਆਪਾਂ ਉੱਥੇ ਇੱਕੋ ਲਿਖ ਲਏ ਸੀ। ਤਾਂ ਯਾਦ ਰੱਖਣਾ ਜਿਹੜਾ ਐਟਮ ਹੁੰਦਾ ਨਾ, ਇਹ ਹੁੰਦਾ ਤੇ ਨਿਊਟਰਲ। ਨਿਊਟਰਲ ਦਾ ਮਤਲਬ ਨੋ ਚਾਰਜ, ਇਹਦੇ ਉੱਤੇ ਕੋਈ ਚਾਰਜ ਨਹੀਂ ਹੈ। ਲੇਕਿਨ ਅਸੀਂ ਕਿਹਾ ਕਿ ਐਟਮ ਵਿੱਚ ਕਿੰਨੇ ਨੇ, ਇਲੈਕਟ੍ਰੋਨ, ਪ੍ਰੋਟੋਨ ਤੇ ਨਿਊਟਰੋਨ। ਤੇ ਜੇ ਮੈਂ ਇਹਨਾਂ ਦੇ ਚਾਰਜ ਦੀ ਗੱਲ ਕਰਾਂ ਤਾਂ ਇਲੈਕਟ੍ਰੋਨ ਦੇ ਉੱਤੇ ਹੁੰਦਾ ਹੈ ਨੈਗੇਟਿਵ ਚਾਰਜ। ਕੀ ਹੁੰਦਾ ਹੈ, ਨੈਗੇਟਿਵ ਚਾਰਜ। ਤੇ ਪ੍ਰੋਟੋਨ ਦੇ ਉੱਤੇ ਹੁੰਦਾ ਹੈ ਪੋਜ਼ਿਟਿਵ ਚਾਰਜ, ਤੇ ਨਿਊਟਰੋਨ ਦੇ ਉੱਤੇ ਹੁੰਦਾ ਹੈ ਨੋ ਚਾਰਜ। ਚਲੋ ਇਹਦੇ ਨਾਲ ਤਾਂ ਚਲੋ ਕੋਈ ਲੈਣਾ ਦੇਣਾ ਨਹੀਂ ਹਨਾ, ਐਟਮ ਵਿੱਚ ਆ ਤਿੰਨੋਂ ਚੀਜ਼ਾਂ ਨੇ, ਇਲੈਕਟ੍ਰੋਨ, ਪ੍ਰੋਟੋਨ, ਨਿਊਟਰੋਨ। ਤਾਂ ਇਹ ਤੇ ਜਿੰਨਾ ਨੈਗੇਟਿਵ ਚਾਰਜ ਹੈ ਉਨਾ ਹੀ ਪੋਜ਼ਿਟਿਵ ਚਾਰਜ ਹੋਣਾ ਚਾਹੀਦਾ। ਜੇ 5 ਇਲੈਕਟ੍ਰੋਨ ਨੇ ਤਾਂ 5 ਨੈਗੇਟਿਵ ਆ ਗਿਆ, ਤਾਂ 5 ਪ੍ਰੋਟੋਨ ਹੋਣੇ ਚਾਹੀਦੇ ਨੇ ਤਾਂ ਕਿ ਨੈਗੇਟਿਵ ਪੋਜ਼ਿਟਿਵ ਆਪਸ ਵਿੱਚ ਕੀ ਹੋ ਜਾਣ, ਕੈਂਸਲ ਹੋ ਜਾਣ। ਇਸੇ ਕਰਕੇ ਕਿਸੇ ਵੀ ਐਟਮ 'ਚ ਇਲੈਕਟ੍ਰੋਨ ਪ੍ਰੋਟੋਨ ਦੇ ਬਰਾਬਰ ਹੁੰਦੇ ਨੇ। ਕਿਸੇ ਵੀ ਐਟਮ 'ਚ ਇਲੈਕਟ੍ਰੋਨ ਨੇ ਜਿਹੜੇ ਉਹ ਪ੍ਰੋਟੋਨ ਦੇ ਹਮੇਸ਼ਾ ਬਰਾਬਰ ਹੁੰਦੇ ਨੇ। ਇਲੈਕਟ੍ਰੋਨ ਇਜ਼ ਇਕੁਅਲ ਟੂ ਪ੍ਰੋਟੋਨਸ। ਠੀਕ ਹੈ, ਨੈਕਸਟ ਚੀਜ਼ ਦੇਖੋ ਜੀ, ਹਾਂ ਹੁਣ ਆਪਾਂ ਹੁਣ ਤੱਕ ਕੀ ਸਿੱਖ ਲਿਆ ਕਿ ਕੋਈ ਵੀ ਐਟਮ x ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ, ਉਹਦੇ ਪੈਰ ਵਿੱਚ ਹੁੰਦਾ ਹੈ ਐਟੋਮਿਕ ਨੰਬਰ ਤੇ ਉੱਪਰ ਹੁੰਦਾ ਹੈ A ਮਤਲਬ ਐਟੋਮਿਕ ਮਾਸ। ਠੀਕ ਹੈ, ਹੁਣ ਇਹਦੇ ਬੇਸਿਸ ਤੇ ਨਾ ਤੁਹਾਨੂੰ ਕੁਐਸਚਨਸ
ਦਿੱਤੇ ਜਾਂਦੇ ਨੇ ਜਿੱਤੋਂ ਤੁਹਾਡੀ ਨੌਲੇਜ ਚੈੱਕ ਕੀਤੀ ਜਾਂਦੀ ਹੈ, ਉਹ ਕੀ ਹੁੰਦੇ ਨੇ। ਦੇਖੋ ਤੁਹਾਨੂੰ ਨਾ ਤਿੰਨ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਨੇ, ਵੈਰੀ ਵੈਰੀ ਇੰਪੋਰਟੈਂਟ। ਤਿੰਨ ਚੀਜ਼ਾਂ ਕੀ ਪਤਾ ਹੋਣੀਆਂ ਚਾਹੀਦੀਆਂ ਨੇ। ਇੱਕ ਹੁੰਦੇ ਨੇ ਆਈਸੋਟੋਪਸ, ਕੀ ਹੁੰਦੇ ਨੇ ਆਈਸੋਟੋਪਸ। ਇੱਕ ਹੁੰਦੇ ਨੇ ਆਈਸੋਬਾਰਸ ਤੇ ਇੱਕ ਹੁੰਦੇ ਨੇ ਆਈਸੋਟੋਨਸ। ਆਈਸੋਟੋਪਸ, ਆਈਸੋਬਾਰਸ ਤੇ ਆਈਸੋਟੋਨਸ, ठीक है जी। ये तीन होंगे ने, आइसोटॉप, आइसोबार, आइसोटोन। हुण इन्हां बारे की पता होना चाहिए। देखो अगर एटम का आपस विच Z सेम है, की सेम है, Z सेम है, Z मतलब एटॉमिक नंबर सेम है, लेकिन A डिफरेंट है, A मतलब एटॉमिक मास। अगर एटम का Z सेम है लेकिन A डिफरेंट है, A मतलब एटॉमिक मास, Z सेम है, A डिफरेंट है, तो उसनों असीं की बोलते हाँ, उसनों असीं बोलते हाँ आइसोटॉप्स। की बोलते हाँ आइसोटॉप्स। फॉर एग्जांपल तुहानूं पेपर दे विच 4 ऑप्शन दिते होंगे, ठीक है, तुहानूं पेपर दे विच 4 ऑप्शन दिते हुए ने कि दसो विच आर आइसोटॉप्स, इन्हां चों किहड़े आइसोटॉप्स ने, ठीक है। ऑप्शन दे दो, तुहानूं कोई लेना देना नहीं कि एटम किहड़ा दिता होया, तुहानूं सिर्फ सिर ते पैर देखना है, तुहानूं सिर्फ की देखना है, सिर ते पैर देखना है, ठीक है। दूजा देता A B देता, मान लो उरे 3 देता, उरे 2 देता, उरे 5 देता, उरे 6, बट एम ऑप्शन देते, ठीक है। कुछ नहीं मैटर करता कि विच की लिखा हुआ है। मैं तो हजे वो समझाया ही नहीं कि विच वाले एटम्स बारे, वो मैं तुहानूं कल वाली क्लास में समझाऊंगी। फिलहाल मैं सिर्फ तुहानूं ये समझा रही हां कि लिखिया की होया है, वो की देखना, तुसीं सिर्फ Z ते A देखना है, ठीक है जी। हुण देखो तुसीं ध्यान नाल चो, उरे की है, ਆਪਾਂ ਕੀ ਕਿਹਾ ਹੈ, ਆਪਾਂ ਨੂੰ ਪੁੱਛਿਆ ਵੀ ਆਈਸੋਟੋਪ ਦੱਸੋ, ਅਸੀਂ ਸਿਰਫ ਕੀ ਦੇਖਣਾ ਉਹਦਾ Z ਮਤਲਬ ਪੈਰ ਵਾਲੀ ਵੈਲਿਊ ਤੇ A ਮਤਲਬ ਸਿਰ ਵਾਲੀ ਵੈਲਿਊ। ਅਸੀਂ ਕੀ ਦੇਖਣਾ ਹੈ, Z ਸੇਮ ਹੋਣਾ ਚਾਹੀਦਾ, Z ਇਹਦੇ ਚ ਸੇਮ ਹੈ, ਹੋਰ ਕਿਸੇ ਚ ਸੇਮ ਹੈਗਾ, ਇਹ ਚ ਵੀ ਨਹੀਂ ਸੇਮ ਹੈਗਾ, ਇਹ ਚ ਵੀ ਨਹੀਂ ਸੇਮ ਹੈਗਾ, ਇਹ ਚ ਵੀ ਨਹੀਂ ਸੇਮ ਹੈਗਾ, ਬਸ ਸਿੱਧਾ ਹੀ ਹੋ ਗਿਆ। Z ਸੇਮ A ਡਿਫਰੈਂਟ, ਤਾਂ ਉਹ ਕੀ ਹੁੰਦੇ ਨੇ, ਆਈਸੋਟੋਪਸ ਹੁੰਦੇ ਨੇ। ਕੀ ਹੁੰਦੇ ਨੇ ਉਹ, ਆਈਸੋਟੋਪ। ਨੈਕਸਟ ਦੇਖ ਲਓ ਜੀ ਆਈਸੋਬਾਰ। ਆਈਸੋਬਾਰ ਕਿਹੜੇ ਹੁੰਦੇ ਨੇ, उल्टा। देखो तुसीं ये किवें याद रखना है, बार कित्थे हुंदी है, किसी भी एटम के उपर पाई जाती है ना, किसी भी एटम की किसी भी नंबर के, जिवें 10 बार, 10 के उपर लाइन पा दो तो बार है, 8 बार, 8 के उपर लाइन पा दो बार है, ठीक है। तो बार बेसिकली की है, जो भी आपां लाइन किसी भी एटम के उपर, एटम कह रही किसी भी नंबर के उपर पाई जाती है, उसनूं असीं की बोलदे हैं, बार बोलदे हैं। तो उर बार उत्ते उत्ते आ पाया हुआ है, तो बार उपर वाला है, उपर वाला सेम, बार मतलब ऊपर वाला सेम। तो आइसोबार किहड़े हुंदे ने, जिन्हां दा A सेम होवे ते Z की होवे डिफरेंट होवे, Z की होवे डिफरेंट। जिस तरह मैं एग्जांपल ले लेने आपां, कार्बन 6 13 ते नाइट्रोजन 7 13, ठीक है। वैसे ही ले रही है मैं एग्जांपल, हाइपोथेटिकल एग्जांपल ने कि इस तरह तो कुछ भी दे सकते हैं। विच की लिखा हुआ है डजंट मैटर, विच की लिखा है कुछ नहीं मैटर करता। मान लो गोले जो बना के देते तो सिर्फ की देखना है, सिर ते पैर वाली वैल्यू। आ की है, डिफरेंट है, आ की है, सेम है, सेम है, ए सेम है, तो ये की है आइसोबार ने। तो आइसोटॉप की होंगे ने जिन्हां दी Z सेम होंदी है, A डिफरेंट होंदी है। आइसोबार की होंगे जिन्हां दा A सेम होंदा है, Z डिफरेंट होंदा है, ठीक है। नैक्सट है आइसोटोन्स। ए च Z सेम सी, की सेम सी, च Z, ए च की सेम सी, A सेम सी। ये बेचारे जमा अड्ड ने, कुछ नहीं सेम, नाइदर, ना ही A भी डिफरेंट है, बोथ A एंड Z डिफरेंट, दोनों ही डिफरेंट ने, दोनों ही डिफरेंट ने। ते A माइनस Z सेम है, A माइनस Z अगर तुहानूं याद होवे, मैं हुणी पढ़ाया सी तुहानूं, A माइनस Z मतलब सिर माइनस पैर, A माइनस Z मतलब सिर माइनस पैर, ते सिर माइनस पैर करके सानू की मिलदे सी, नंबर ऑफ न्यूट्रॉन्स। तो इहदे विच A माइनस Z सेम है, मीनस इहदा मतलब की है, इहदा मतलब नंबर ऑफ न्यूट्रॉन सेम ने,
ਇਹਦਾ ਮਤਲਬ ਕੀ ਹੈ, ਨੰਬਰ ਆਫ ਨਿਊਟਰੋਨਸ ਨੇ ਜਿਹੜੇ ਉਹ ਕੀ ਨੇ, ਸੇਮ ਨੇ। ਠੀਕ ਹੈ, A ਡਿਫਰੈਂਟ ਹੈ, Z ਡਿਫਰੈਂਟ ਹੈ, ਲੇਕਿਨ ਉਹਨਾਂ ਦਾ ਮਾਈਨਸ ਕੀ ਹੈ, ਸੇਮ ਹੈ। A ਡਿਫਰੈਂਟ ਹੈ, Z ਡਿਫਰੈਂਟ ਹੈ, ਲੇਕਿਨ ਉਹਨਾਂ ਦਾ ਮਾਈਨਸ ਕੀ ਹੈ, ਸੇਮ ਹੈ। ਫੋਰ ਐਗਜ਼ਾਮਪਲ ਤੁਸੀਂ ਲੈ ਲਿਆ ਹਾਈਡਰੋਜਨ ਤੇ ਹੀਲੀਅਮ, ਇਹਦੇ ਪੈਰ 'ਚ 1 ਪਾਇਆ ਹੋਇਆ, ਤੁਹਾਨੂੰ ਐਗਜ਼ਾਮਪਲ ਦੇ ਦਿੰਦੀ ਹਾਂ ਮੈਂ। ਠੀਕ ਹੈ, ਉੱਪਰ ਇਹਦੇ ਕੀ ਹੈ, 3 ਹੈ, ਉਰੇ 2 ਪਾਤਾ, ਉਰੇ 4 ਪਾਤਾ। ਦੇਖੋ ਪੈਰ 'ਚ ਇਹਦੇ 1 ਹੈ, ਇਹਦੇ 2 ਹੈ, ਡਿਫਰੈਂਟ ਨੇ। ਸਿਰ ਤੇ ਇਹਦੇ 3 ਹੈ, ਇਹਦੇ 4 ਹੈ, ਡਿਫਰੈਂਟ ਨੇ। ਲੇਕਿਨ ਜੇ ਮਾਈਨਸ ਕਰੀਏ, 3 - 1 ਆ 2, ਤੇ ਇਧਰ 4 - 2 ਵੀ 2। ਇਹ ਕੀ ਰਿਪਰੈਜ਼ੈਂਟ ਕਰ ਰਿਹਾ, ਨੰਬਰ ਆਫ ਨਿਊਟਰੋਨ। ਤਾਂ ਇਹਦੇ ਵਿੱਚ A ਤੇ Z ਭਾਵੇਂ ਦੋਨੋਂ ਡਿਫਰੈਂਟ ਨੇ, ਲੇਕਿਨ ਉਹਨਾਂ ਦਾ ਮਾਈਨਸ ਮਤਲਬ ਨੰਬਰ ਆਫ ਨਿਊਟਰੋਨਸ ਨੇ ਜਿਹੜੇ ਉਹ ਕੀ ਨੇ, ਸੇਮ ਨੇ। ਤਾਂ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ, ਆਈਸੋਟੋਨਸ। ਤਾਂ ਇਹ ਸਲਾਈਡ ਵੀ ਬਹੁਤ ਇੰਪੋਰਟੈਂਟ ਹੈ ਕਿ ਆਪਣੇ ਕੋਲ ਆਈਸੋਟੋਪਸ ਕੀ ਹੁੰਦੇ ਨੇ, ਆਈਸੋਬਾਰਸ ਕੀ ਹੁੰਦੇ ਨੇ, ਤੇ ਆਈਸੋਟੋਨਸ ਕੀ ਹੁੰਦੇ ਨੇ। ਅਗਰ Z ਸੇਮ ਹੈ ਆਈਸੋਟੋਪ, ਅਗਰ A ਸੇਮ ਹੈ ਆਈਸੋਬਾਰ, ਅਗਰ ਉਹਨਾਂ ਦਾ ਮਾਈਨਸ ਸੇਮ ਹੈ ਤਾਂ ਆਈਸੋਟੋਨਸ। ਠੀਕ ਹੈ ਜੀ। ਹੁਣ ਨੈਕਸਟ ਨਾ ਜੇ ਤੁਸੀਂ ਪਹਿਲੇ 20 ਐਟਮ ਯਾਦ ਕਰ ਲਿਓ, ਮੈਂ ਤੁਹਾਨੂੰ ਟ੍ਰਿਕ ਲਿਖਾ ਰਹੀ ਹਾਂ ਪਹਿਲੇ 20 ਐਟਮ ਯਾਦ ਕਰਨ ਦੀ, ਕਿਉਂਕਿ ਨੈਕਸਟ ਕਲਾਸ ਦੇ ਵਿੱਚ ਆਪਾਂ ਉਹਦੇ ਬੇਸਿਸ ਤੇ ਕਰਾਂਗੇ। ਠੀਕ ਹੈ, ਤਾਂ ਆਪਾਂ ਵੈਸੇ ਤਾਂ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ 118 ਐਟਮ ਡਿਸਕਵਰ ਹੋ ਚੁੱਕੇ ਨੇ, ਲੇਕਿਨ ਤੁਹਾਡੇ ਲਈ ਸਿਰਫ ਪਹਿਲੇ 20 ਸਫੀਸ਼ੀਐਂਟ ਨੇ। ਪਹਿਲੇ 20 ਤੁਹਾਨੂੰ ਲਾਈਨ ਵਾਈਜ਼ ਯਾਦ ਹੋਣੇ ਚਾਹੀਦੇ ਨੇ, ਲਾਈਨ ਵਾਈਜ਼ ਹੀ ਉਹਨਾਂ ਦਾ ਕੀ ਹੋਊਗਾ, ਐਟੋਮਿਕ ਨੰਬਰ ਹੋਊਗਾ। ਤਾਂ ਕਿਵੇਂ ਯਾਦ ਕਰਨਾ, ਦੇਖੋ ਹਾਈ ਹੈਲੋ ਲਿਸਨ BBC news of hi hello listen BBC news of Florina Florina। ठीक है, ये हो गया। आगे मांगे अल्लाह से, ठीक है, अल्लाह से पेप्सी कोला और काजू कतली। ठीक है, हम देखो ये तो किमें याद करना है। हाय हेलो लिसन BBC न्यूज ऑफ फ्लोरिना। ठीक है, अगे मांगे अल्लाह से पेप्सी कोला और काजू कतली। देखो हाय तो की है, हाई तो की है हाइड्रोजन, ਇਹਦੇ ਪੈਰ 'ਚ ਕੀ ਹੈ 1। ਹੈਲੋ तो की है He, He ਦੇ ਪੈਰ 'ਚ 2। ਲਿਸਨ ਦੇ Li तो Li, ਇਹਦੇ ਪੈਰ 'ਚ 3। B ਤੋਂ Be, ਇਹਦੇ ਪੈਰ 'ਚ 4। ਨੈਕਸਟ B ਤੋਂ ਕੱਲਾ B, ਇਹਦੇ ਪੈਰ 'ਚ 5। ਨੈਕਸਟ C ਹੈ, C ਤੋਂ ਕਾਰਬਨ, ਇਹਦੇ ਪੈਰ 'ਚ 6। ਨੈਕਸਟ N ਤੋਂ ਨਾਈਟ੍ਰੋਜਨ, ਇਹਦੇ ਪੈਰ 'ਚ 7। O ਤੋਂ ਆਕਸੀਜਨ, ਇਹਦੇ ਪੈਰ 'ਚ 8। ਫਲੋਰੀ F ਤੋਂ ਫਲੋਰੀਨ, ਇਹਦੇ ਪੈਰ 'ਚ 9। ਠੀਕ ਹੈ, N ਤੋਂ ਇੱਕ ਤਾਂ ਹੈ ਨਿਓਨ, ਠੀਕ ਹੈ, ਇੱਕ ਇਕੱਠਾ Na ਤੋਂ Na ਸੋਡੀਅਮ। ਇਹ ਨਾਮ ਮੈਂ ਨੀਚੇ ਲਿਖਦੀ ਹਾਂ, ਅਜੇ ਸਿੰਬਲ ਸਮਝਾ ਰਹੀ ਹਾਂ ਸਿਰਫ। ਫਿਰ ਮਾਂਗੇ ਤੋਂ Mg, ਅੱਲਾ ਤੋਂ Al। ਦੇਖੋ ਆਪਾਂ ਸੀਰੀਅਲ ਵਾਈਜ਼ ਲਿਖਦੇ ਹਾਂ 1 2 3 4 5 6 7 ਐਵੇਂ ਚੱਲ ਰਹੇ ਨੇ। ਠੀਕ ਹੈ, Se ਤੋਂ सिलिकॉन, पेप्सी तो फॉस्फोरस। ठीक है, अल्लाह से पेप्सी। ठीक है, S तो सल्फर, कोला तो क्लोरीन, और तो आर्गन, काजू तो K, कतली तो Ca वाला कतली लिख लो चाहे याद रखने। ठीक है, ये 20 हो गए। ਇਹ ਹੋ ਗਏ ਤੁਹਾਡੇ ਪਹਿਲੇ 20 ਐਟਮ। ਹਾਈ ਹੈਲੋ ਲਿਸਨ BBC ਨਿਊਜ਼ ਆਫ ਫਲੋਰੀਨਾ, ਮਾਂਗੇ ਅੱਲਾ ਸੇ ਪੈਪਸੀ ਕੋਲਾ ਔਰ ਕਾਜੂ ਕਤਲੀ। ਇਹ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ, ਕਿਉਂਕਿ ਤੁਹਾਨੂੰ ਕਹਿ ਦੇਣਾ ਕਿ ਦੱਸੋ ਕਾਰਬਨ 'ਚ ਕਿੰਨੇ ਇਲੈਕਟ੍ਰੋਨ ਨੇ, ਫਿਰ ਤੁਹਾਨੂੰ ਕੀ ਯਾਦ ਕਰਨਾ ਵੀ ਕਾਜੂ ਆਪਾਂ ਕੀ ਕੀਤਾ, ਆਪਾਂ ਸੌਰੀ ਹਾਈ ਹੈਲੋ ਲਿਸਨ BBC C 6ਵੇਂ ਨੰਬਰ ਤੇ ਹੈ ਤਾਂ 6 ਇਲੈਕਟ੍ਰੋਨ ਨੇ, 6 ਹੀ ਪ੍ਰੋਟੋਨ ਨੇ। ਤੁਹਾਨੂੰ ਕਹਿ ਦੇਣਾ ਕਲੋਰੀਨ 'ਚ ਦੱਸੋ ਕਿੰਨੇ ਇਲੈਕਟ੍ਰੋਨ ਨੇ ਤਾਂ 17 ਨੇ। ਠੀਕ ਹੈ, ਜਾਂ ਤੁਹਾਨੂੰ ਕਹਿ ਦੇਣਾ Z 9 ਹੈ, ਤੁਹਾਨੂੰ ਕਹਿ ਦੇਣ Z 9 ਹੈ। ਇਸ ਬੇਸ ਤੇ ਕੁਐਸਚਨ ਵੀ ਆਇਆ ਸੀ ਕਿ ਦੱਸੋ ਇਹ ਕਿਹੜਾ ਐਟਮ ਹੈ, ਕਿਹੜਾ ਐਟਮ ਹੈ Z 9 ਵਾਲਾ, F। ਠੀਕ ਹੈ, ਹੁਣ ਆਪਾਂ ਇਹਨਾਂ ਦੇ ਨਾਮ ਯਾਦ ਕਰ ਲੈਣੇ ਆ। ਦੇਖੋ ਨਾਮ ਕਿਵੇਂ ਯਾਦ ਕਰੋਗੇ ਤੁਸੀਂ, ਜਿਹੜਾ ਪਹਿਲਾ ਹੈ H ਤੋਂ ਹਾਈਡਰੋਜਨ, ਮੈਂ ਲਿਖ ਦਿੰਦੀ ਹਾਂ, ਤੁਸੀਂ ਲਿਖ ਲਿਓ
He ਤੋਂ ਹੀਲੀਅਮ, Li ਤੋਂ ਲੀਥੀਅਮ, Be ਤੋਂ ਬੈਰੀਲੀਅਮ, B ਤੋਂ ਬੋਰੋਨ, C ਤੋਂ ਕਾਰਬਨ, O ਤੋਂ ਸੌਰੀ N ਰਹਿ ਗਿਆ ਨਾ ਵਿੱਚ, N ਤੋਂ ਨਾਈਟ੍ਰੋਜਨ, ਅੱਗੇ O ਤੋਂ ਆਕਸੀਜਨ, F ਤੋਂ ਫਲੋਰੀਨ ਤੇ Ne ਤੋਂ ਨਿਓਨ। ਇਹਨੇ ਤੁਸੀਂ ਪਹਿਲੇ 10 ਯਾਦ ਕਰ ਲਿਓ, ਅਗਲੇ 10 ਮੈਂ ਤੁਹਾਨੂੰ ਨੈਕਸਟ ਕਲਾਸ ਚ ਦੱਸ ਦੂੰਗਾ। 3 4 5 6 7 8 9 10 ठीक है। चलो लिख लो नेक्स्ट भी। Na का मतलब है सोडियम, Mg का मतलब है मैग्नीशियम, नेक्स्ट Al का मतलब है एल्यूमिनियम, Si का मतलब है सिलिकॉन, P का मतलब है फॉस्फोरस, ठीक है। S का मतलब है, आगे लिख दो, अगली नेक्स्ट स्लाइड पे लिख दिया। S का मतलब है सल्फर, Cl का मतलब है क्लोरीन, Ar का मतलब है आर्गन, A का मतलब है पोटाशियम। ये याद होना चाहिए, ठीक है। अलग है ना ये, बाकी का जिन्हें का सिंबल है उन्हें नाम है। ते लास्ट जेड़ा वो Ca का मतलब है कैल्शियम। ये 20 नंबर ते है, 19 ते 18 ते 17 ते 16 ते, ठीक है जी। अगे 15 ते 14 ते 13 ते 12 ते 11 ते एक आ लग जा। देखो बाकी तो सारे सेम जे ने, H हाइड्रोजन, He हीलियम, Li लिथियम, Be बेरिलियम, B बोरोन, C कार्बन, N नाइट्रोजन, O ऑक्सीजन, F फ्लोरीन, Ne नियोन। आ लग गया। Na का मतलब की है सोडियम, K का मतलब की है पोटाशियम। ये दोनों याद होने चाहिए ने, बाकी तो तुहानू एज इट इज सिंबल के अकॉर्डिंगली याद हो जाएंगे। Na का मतलब सोडियम, K का मतलब पोटाशियम। ये थोड़ा जा तुहानू रिमेंबर करना पड़ेगा, ठीक है। चलो नेक्स्ट मैं तुहानू ये जिहड़ा अज वाला पार्ट सी बहुत इंपॉर्टेंट सी, ते कल वाला जिहड़ी क्लास च करवाऊंगी वो भी बहुत इंपॉर्टेंट होगा। नैक्सट आपां ना इन्हां दी इलैक्ट्रॉनिक कॉन्फिगरेशन सीखांगे ते वैलेंसी सीखांगे। वो दोनों मोस्ट इंपॉर्टेंट ने, उन्हां दोनों विचों एक क्वेश्चन का पक्का आऊगा ही आऊगा, ठीक है। उहदे लई सब तो पहला तुहानू इहदे की याद होने चाहिए ने, इलैक्ट्रॉन्स याद होने चाहिए ने। वो तुहानू किवें पता चलणगे, अगर तुहानू इन्हां दे एटॉमिक नंबर पता होणगे तां मैं लिख पे हाई हेलो लिसन BBC न्यूज़ ऑफ फ्लोरीना मांगेरला से पेप्सी कोला और काजू कतली, ठीक है। ये लिख के ना फटाफट फिर तुसीं इहदे एटॉमिक नंबर किसी भी एटम का दस सकते हो, ठीक है। टैट ते ETT लई, ETT सैकेंड पेपर है जिहड़ा स्क्रीनिंग का, उहदे लई सिर्फ फस्ट 20 जिहड़े ने सफिशिएंट ने, इदों वध नहीं पूछणगे। इन्ना ही तुहानू मोर दैन सफिशिएंट है, तुहानू इन्ना क याद कर लेना। चलो ठीक है, फिर आपां नैक्सट क्लास में मिलते हैं। थैंक यू सो मच।